ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਨਮ ਸਾਖੀ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ। ਨਗਰ ਠੱਟਾ ਸਿੰਧ ਦੀ ਵਾਰਤਾ। ਜਦ ਸਿੰਧ ਦੇ ਲੋਕਾਂ ਨੂੰ ਪਤਾ ਲੱਗਾ ਕਿ ਬਾਰਠ ਵਿੱਚ ਸ਼ਕਤੀਆਂ ਦੇ ਸਾਗਰ ਹਨ ਤਾਂ ਆਣ ਕੇ ਬਾਬਾ ਜੀ ਦੇ ਦਰਸ਼ਨ ਕੀਤੇ ਅਤੇ ਬੇਨਤੀ ਕੀਤੀ ਕਿ ਸਰਬ ਸ਼ਕਤੀਮਾਨ ਜੀ, ਜਗਤ ਦੇ ਸਹਾਰੇ ਪ੍ਰਭੂ ਜੀ, ਸਾਡੇ ਠੱਠਾ ਸਿੰਧ ਦਾ ਨਵਾਬ ਮੁਹੰਮਦ ਬਾਕੀ, ਜੋ ਨਵਾਬ ਈਸਾ ਖਾਨ ਦਾ ਪੁੱਤਰ ਹੈ, ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਕਰੀ ਜਾ ਰਿਹਾ ਹੈ ਅਤੇ ਨਗਰ ਠੱਠਾ ਜੋ ਈਸਾ ਖਾਨ ਦੀ ਰਾਜਧਾਨੀ ਸੀ ਉਸ ਨੂੰ ਮੱਕਾ ਸ਼ਰੀਫ ਬਣਾਉਣਾ ਚਾਹੁੰਦਾ ਹੈ। ਮੁਹੰਮਦ ਬਾਕੀ ਨੇ ਸੰਖ, ਘੜਿਆਲ, ਤਿਲਕ ਲਗਾਉਣਾ, ਆਰਤੀ, ਹਿੰਦੂ ਮਰਿਆਦਾ ਸਭ ਬੰਦ ਕਰ ਦਿੱਤੀ ਹੋਈ ਹੈ। ਸਖਤੀ ਵਰਤ ਰਿਹਾ ਹੈ ਤਾਂ ਬਾਬਾ ਜੀ ਝੱਟ ਹੀ ਤਿਆਰ ਹੋ ਗਏ, ਅਲੋਪ ਹੋਏ, ਫੌਰਨ ਪਹੁੰਚ ਗਏ। ਸਭਨਾਂ ਨੂੰ ਆਵਾਜ਼ਾਂ ਦੇ ਦਿੱਤਾ ਕਿ ਮੰਦਰ ਖੋਲ੍ਹ ਦੇਵੋ, ਆਰਤੀ, ਘੜਿਆਲ, ਸੰਖ ਖੂਬ ਵਜਾਵੋ। ਸੁਣਦਿਆਂ ਸਾਰ ਹੀ ਮੰਦਰਾਂ ਦੇ ਦਰਵਾਜ਼ੇ ਖੁੱਲ੍ਹ ਗਏ। ਆਰਤੀ, ਪੂਜਾ, ਘੜਿਆਲ, ਸੰਖਾਂ ਦੀ ਗੂੰਜ ਪੈ ਗਈ। ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਪੈ ਗਈ। ਜਦ ਇਹ ਖਬਰ ਨਵਾਬ ਪਾਸ ਪਹੁੰਚੀ ਤਾਂ ਉਸ ਆਖਿਆ ਕਿ ਉਹ ਕੋਈ ਪਾਗਲ ਹੀ ਹੋਵੇਗਾ ਜਿਸ ਨੇ ਐਵੇਂ ਪਾਗਲਪੁਣੇ ਵਿੱਚ ਇਹ ਆਖ ਦਿੱਤਾ ਹੋਵੇਗਾ, ਆਪੇ ਹੀ ਚਲਾ ਜਾਵੇਗਾ। ਇਹ ਉਸ ਦੀ ਗੱਲ ਕਿਸੇ ਨੇ ਬਾਬਾ ਜੀ ਨੂੰ ਆਣ ਦੱਸੀ ਤਾਂ ਬਾਬਾ ਜੀ ਦੇ ਮੁਖ ਤੋਂ ਸਧਾਰਨ ਹੀ ਨਿਕਲ ਗਿਆ ਕਿ ਸਾਨੂੰ ਆਖਣ ਵਾਲਾ ਖੁਦ ਹੀ ਪਾਗਲ ਹੈ। ਇਹ ਬਚਨ ਸੁਣਨ ਦੀ ਦੇਰ ਹੋਈ ਤਾਂ ਮੁਹੰਮਦ ਬਾਕੀ ਉਸੇ ਹੀ ਵੇਲੇ ਪਾਗਲ ਹੋ ਗਿਆ। ਐਸਾ ਪਾਗਲ ਹੋਇਆ ਕਿ ਆਪਣੀ ਹੀ ਤਲਵਾਰ ਆਪ ਨੂੰ ਮਾਰ ਕੇ ਮਰ ਗਿਆ। ਇਸ ਘਟਨਾ ਦਾ ਜਦ ਨਵਾਬ ਦੇ ਲੜਕੇ ਨੂੰ ਜਾਣ ਬੇਗ ਨੇ ਸੁਣਿਆ ਤੇ ਵੇਖਿਆ ਵੀ ਕਿ ਇਹ ਤਾਂ ਆਪ ਖੁਦਾ ਹੀ ਆਇਆ ਹੈ, ਆਣ ਕੇ ਬਾਬਾ ਜੀ ਦੇ ਚਰਨਾਂ 'ਤੇ ਢੱਠ ਪਿਆ। ਮਾਫ਼ੀ ਮੰਗੀ। ਪਿਤਾ ਦੀ ਗਲਤੀ ਮਾਫ਼ੀ ਪੁੱਤਰ ਨੇ ਮੰਗੀ, ਜਿਸ ਨੇ ਅੱਗੇ ਤੋਂ ਹਿੰਦੂ ਧਰਮ 'ਤੇ ਲੱਗੀਆਂ ਪਾਬੰਦੀਆਂ ਖ਼ਤਮ ਕਰਨ ਦਾ ਇਕਰਾਰ ਕੀਤਾ। ਤਾਂ ਜਦ ਜਾਨ ਬੇਗ ਰਾਜ 'ਤੇ ਬੈਠਾ ਸਭ ਪਾਬੰਦੀਆਂ ਤੋੜ ਦਿੱਤੀਆਂ ਤੇ ਹਿੰਦੂ ਧਰਮ ਦੀ ਚੜ੍ਹਦੀ ਕਲਾ ਕਰਕੇ ਉੱਥੋਂ ਬਾਬਾ ਜੀ ਵਾਪਸ ਸੁਲਤਾਨਪੁਰ ਆਣ ਬੈਠੇ। ਸੁਲਤਾਨਪੁਰ ਵਿੱਚ ਸਤਸੰਗ। ਇੱਕ ਵਾਰ ਸ੍ਰੀ ਜਗਤ ਗੁਰੂ ਬਾਬਾ ਸ਼੍ਰੀ ਚੰਦਰ ਜੀ ਸੁਲਤਾਨਪੁਰ ਵਿੱਚ ਬੈਠੇ ਸਨ ਤਾਂ ਸੰਗਤ ਵੀ ਕਾਫੀ ਦਰਸ਼ਨਾਂ ਨੂੰ ਆਣ ਬੈਠੀ। ਸਤਸੰਗ ਆਰੰਭ ਹੋ ਗਿਆ। ਇੱਕ ਸਤਸੰਗੀ ਨੇ ਸਵਾਲ ਕੀਤਾ ਹੈ ਕਿ ਮਹਾਰਾਜ, ਕੁਝ ਇਸ ਸਰੀਰ ਦੇ ਅੰਗਾਂ ਦਾ ਬਾਬਤ ਚਾਨਣਾ ਪਾਵੋ। ਸਿਰ ਹੈ, ਅੱਖਾਂ ਹਨ, ਨੱਕ ਹੈ, ਮੂੰਹ ਹੈ, ਹੱਥ ਹਨ, ਕੰਨ ਹਨ, ਪੈਰ ਹਨ, ਇਹਨਾਂ ਪਾਸੋਂ ਵੀ ਕੁਝ ਲਾਭ ਪ੍ਰਾਪਤੀ ਦਾ ਗਿਆਨ ਕਰਾਵੋ ਕਿ ਇਹਨਾਂ ਦੀ ਪਵਿੱਤਰਤਾ ਕਿਸ ਤਰ੍ਹਾਂ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ। ਤਾਂ ਬਾਬਾ ਜੀ ਸਤਸੰਗੀ ਦੇ ਸਵਾਲ ਨੂੰ ਸੁਣ ਕੇ ਬੜੇ ਹੀ ਖੁਸ਼ ਹੋਏ ਤੇ ਆਖਿਆ ਕਿ ਹੇ ਸਤਸੰਗੀ ਪਿਆਰਿਆ, ਜਿਹੜਾ ਸਿਰ ਗੁਰੂ ਪ੍ਰਭੂ ਦੇ ਚਰਨਾਂ ਵਿੱਚ ਝੁਕਦਾ ਹੈ ਉਹ ਹੀ ਸਿਰ ਸੁਭਾਈਮਾਨ ਹੁੰਦਾ ਹੈ ਅਤੇ ਸੋ ਸਿਰ ਤਿਰਕਾਰ ਹੈ ਜੋ ਗੁਰਚਰਨੀ ਨਮਸਕਾਰ ਨਹੀਂ ਕਰਦਾ, ਸਜਦਾ ਨਹੀਂ ਕਰਦਾ। ਐਸੇ ਸਿਰ ਨੂੰ ਬਾਲਣ ਦੀ ਥਾਂ 'ਤੇ ਚੁੱਲ੍ਹੇ ਵਿੱਚ ਵਰਤ ਲੈਣਾ ਠੀਕ ਹੈ। ਫਰੀਦ ਸਾਹਿਬ ਜੀ ਆਖਦੇ ਹਨ, ਉੱਠ ਫਰੀਦਾ ਉੱਜੋ ਸਾਜ, ਸੁਬਹ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕਾਪੇ ਉਤਾਰ। ਕਹਿੰਦੇ ਹਨ ਕਿ ਸਾਰੀ ਰਾਤ ਦਾ ਸੁੱਤਾ ਪਿਆ ਹੈ, ਹੁਣ ਤਾਂ ਸੁਬਹ ਦਾ ਵਕਤ ਮਿਲਿਆ ਹੈ, ਉੱਜੂ ਕਰਕੇ ਜਲ ਪਾਣੀ ਵਰਤ ਕੇ ਆਪਣੇ ਸਾਈਂ ਦੇ ਨਾਂ ਦੀ ਨਮਾਜ਼ ਗੁਜ਼ਾਰ ਲੈ।
ਭਾਵ ਕਿ ਉਸ ਦੇ ਨਾਂ ਦੀ ਇਬਾਦਤ ਕਰ ਲੈ। ਜਿਹੜੇ ਬੰਦੇ ਨੇ ਆਪਣੇ ਸਾਈਂ ਨੂੰ ਸਜਦਾ ਨਹੀਂ ਕਰਦੇ, ਉਹਦਾ ਸਿਰ ਕੱਟ ਕੇ ਧੜ ਤੋਂ ਜੁਦਾ ਕਰ ਦੇਣਾ ਹੀ ਠੀਕ ਹੈ। ਅੱਗੇ ਦੱਸਦੇ ਹਨ ਕਿ ਜਿਹੜਾ ਸਿਰ ਆਪਣੇ ਸਾਈਂ ਨੂੰ ਝੁਕ ਨਹੀਂ ਸਕਦਾ, ਐਸੇ ਸਿਰ ਦੀ ਮੈਨੂੰ ਕੋਈ ਲੋੜ ਨਹੀਂ, ਉਸ ਨੂੰ ਲਾਹ ਦੇਣਾ ਹੀ ਠੀਕ ਹੈ। ਸਿਰ ਤੋਂ ਹੇਠਾਂ ਅੱਖਾਂ ਹਨ। ਅੱਖਾਂ ਦਾ ਕੰਮ ਸਫਲਾ ਉਹ ਹੈ, ਆਪਣੇ ਸਾਈਂ ਗੁਰੂ ਮੁਰਸ਼ਦ ਦੇ ਦਰਸ਼ਨ ਕਰਨੇ। ਉਹ ਅੱਖਾਂ ਠੀਕ ਨਹੀਂ ਜੋ ਗੁਰੂ ਦੇ ਦਰਸ਼ਨ ਨਹੀਂ ਕਰ ਰਹੀਆਂ ਅਤੇ ਵਿਕਾਰੀ ਵੱਲ ਵੇਖ ਕੇ ਪ੍ਰਸੰਨ ਹੋ ਰਹੀਆਂ ਹਨ, ਉਹਨਾਂ ਅੱਖਾਂ ਨਾਲੋਂ ਅੰਨ੍ਹਿਆਂ ਹੀ ਠੀਕ ਹੈ। ਸੂਰਦਾਸ ਨੇ ਇਸੇ ਹੀ ਕਾਰਨ ਆਪਣੀਆਂ ਅੱਖਾਂ ਵਿੱਚ ਗਰਮ ਸਲਾਈਆਂ ਫੇਰ ਲਈਆਂ ਸਨ ਕਿ ਵਿਕਾਰਾਂ ਵੱਲ ਮੇਰੀ ਨਜ਼ਰ ਹੀ ਨਾ ਜਾ ਸਕੇ। ਸੋ ਦਰਸ਼ਨ ਕਰਕੇ ਪ੍ਰਸੰਨ ਹੋਣਾ ਹੈ ਤਾਂ ਗੁਰਾਂ ਦੇ ਦਰਸ਼ਨ ਕਰਨੇ ਹਨ, ਤਾਂ ਹੀ ਸਫਲ ਹਨ। ਅੱਖਾਂ ਤੋਂ ਥੱਲੇ ਕੰਨ ਹਨ। ਕੰਨਾਂ ਦਾ ਸ਼ੁਭ ਫਰਜ਼ ਬਣਦਾ ਹੈ ਕਿ ਸਤ ਸੰਗ ਵਿੱਚ ਬੈਠ ਕੇ ਹਰੀ ਜਸ ਕੀਰਤਨ ਸੁਣਨਾ, ਪ੍ਰਭੂ ਦਾ ਜਸ ਕੀਰਤਨ ਨੂੰ ਸੁਣ ਕੇ ਅਮਲ ਕਰਨਾ। ਕੰਨਾਂ ਤੋਂ ਅੱਗੇ ਮੁੱਖ ਹੈ। ਮੁੱਖ ਦੇ ਨਾਲ ਪ੍ਰਭੂ ਦੀ ਕੀਰਤੀ ਵਡਿਆਈ ਦਾ ਗਾਇਨ ਕਰਨਾ, ਨਾਮ ਜਪਣਾ ਅਤੇ ਚੁਗਲੀ ਨਿੰਦਿਆ ਦੇ ਬੁਰੀਆਂ ਗੱਲਾਂ ਤੋਂ ਮੁੱਖ ਨੂੰ ਬੰਦ ਕਰਨਾ। ਬਸ ਇਹ ਹੀ ਮੁੱਖ ਦਾ ਸ਼ੁਭ ਕਰਮ ਹੈ। ਦੋਨਾਂ ਅੱਖਾਂ ਦੇ ਸੈਂਟਰ ਵਿੱਚ ਮੁੱਖ ਤੋਂ ਉੱਪਰ ਨੱਕ ਹੈ। ਇਹ ਦੁਰਗੰਧੀ ਅਤੇ ਸੁਗੰਧਤਾ ਦਾ ਭੁੱਖਾ ਹੈ। ਜਿਹੜਾ ਨੱਕ ਦੁਰਗੰਧੀ ਦਾ ਜੀਵ ਦੁਰਗੰਧੀ 'ਤੇ ਮਸਤ ਹੁੰਦਾ ਹੈ, ਭਾਵ ਕਿ ਬੁਰੇ ਖਿਆਲਾਂ ਦਾ ਇਸ਼ਨਾਨ ਹਰ ਵੇਲੇ ਬੁਰੇ ਭੈੜੇ ਕਰਮ ਧੰਦੇ ਨੂੰ ਲੋਚਦਾ ਹੈ ਤੇ ਪ੍ਰਸੰਨ ਹੁੰਦਾ ਹੈ, ਸ਼ੁਭ ਕਰਮ ਧੰਦੇ ਤੋਂ ਨਫ਼ਰਤ ਕਰਦਾ ਹੈ। ਐਸੇ ਪੁਰਸ਼ ਦੀ ਸੰਗਤ ਦਾ ਵੀ ਬੁਰਾ ਫਲ ਪ੍ਰਾਪਤ ਹੁੰਦਾ ਹੈ। ਉਸ ਦੀ ਸੰਗਤ ਦਾ ਤਿਆਗ ਹੀ ਠੀਕ ਹੈ। ਦੂਸਰੀ ਆ ਗਈ ਸੁਗੰਧਤਾ। ਸ਼ੁਭ ਸੁਗੰਧਤਾ ਨੂੰ ਭੰਵਰਾ ਲੋਚਦਾ ਹੈ, ਫੁੱਲ ਉੱਪਰ ਘੁੰਮਦਾ ਹੈ, ਸੁਗੰਧਤਾ ਦਾ ਆਨੰਦ ਮਾਣਦਾ ਹੈ, ਫੁੱਲ ਦਾ ਵੀ ਨੁਕਸਾਨ ਨਹੀਂ ਕਰਦਾ, ਕੇਵਲ ਸੁਗੰਧਤਾ ਨੂੰ ਸੁੰਘਦਾ ਤੇ ਪ੍ਰਸੰਨ ਹੁੰਦਾ ਹੈ। ਐਸੇ ਭੰਵਰੇ ਰੂਪ ਸਤ ਸੰਗੀ ਸਤ ਸੰਗ ਦਾ ਆਨੰਦ ਮਾਣਦੇ ਹਨ ਅਤੇ ਤ੍ਰਿਪਤ ਹੁੰਦੇ ਹਨ। ਇਸ ਦੇ ਅੰਦਰ ਮਨ ਹੈ। ਮਨ ਦੇ ਦੋ ਖਿਆਲ ਹਨ, ਭਲੇ ਅਤੇ ਬੁਰੇ। ਭਲੇ ਖਿਆਲਾਂ ਵਾਲਾ ਇਨਸਾਨ ਭਲੇ ਕਰਮ ਨੂੰ ਲੋਚਦਾ ਹੈ, ਜੋ ਭਲੇ ਸ਼ੁਭ ਧੰਦੇ ਕਰਕੇ ਪ੍ਰਸੰਨ ਹੁੰਦਾ ਹੈ। ਸਾਧ ਸੰਗਤ ਕਰਦਾ ਹੈ, ਜਸ ਕੀਰਤਨ ਸੁਣਦਾ ਹੈ, ਨੇਕ ਕਮਾਈ ਕਰਦਾ ਹੈ, ਸਾਧ ਸੰਗਤ ਕਰਦਾ ਹੈ, ਦਾਨ ਪੁੰਨ ਸੇਵਾ ਕਰਦਾ ਹੈ, ਗੁਰ ਉਪਦੇਸ਼ ਹਾਸਲ ਕਰਦਾ ਹੈ, ਦਇਆਵਾਨ ਹੈ, ਪਾਪ ਤੋਂ ਨਫ਼ਰਤ ਕਰਦਾ ਹੈ, ਧਰਮ ਮਾਰਗ 'ਤੇ ਪੂਰਾ ਚੱਲਦਾ ਹੈ, ਬੁਰਾਈ ਤੋਂ ਬਚਿਆ ਹੈ, ਚੰਗਿਆਈ ਦਾ ਉਪਾਸਕ ਹੈ। ਐਸੇ ਪੁਰਸ਼ ਦੀ ਸੰਗਤ ਕਰਨੀ ਇੱਕ ਬੰਦਗੀ ਦਾ ਰੂਪ ਹੀ ਹੋਇਆ ਕਰਦੀ ਹੈ। ਬਾਕੀ ਬੁਰਿਆਈ ਹੈ। ਬੁਰੇ ਖਿਆਲਾਂ ਵਾਲਾ ਹਰ ਵੇਲੇ ਬੁਰੇ ਖਿਆਲ ਵਰਤਦਾ ਹੈ, ਚੁਗਲਖੋਰ ਹੈ, ਨਿੰਦਕ ਹੈ, ਛਲੀਆ ਹੈ, ਹੇਰਾ ਫੇਰੀ ਕਰਦਾ ਹੈ, ਪਰਾਏ ਧਨ ਨੂੰ ਛੀਨ ਕਰਦਾ ਹੈ, ਹੱਥੋਂ ਇੱਕ ਕੱਚੀ ਕੌਡੀ ਵੀ ਨਹੀਂ ਦੇ ਸਕਦਾ, ਜੀਵ ਹਿੰਸਾ ਕਰਕੇ ਵੀ ਧਨ ਦਾ ਲਾਲਚ ਕਰਦਾ ਹੈ, ਪਾਪ ਤੋਂ ਸੰਕੋਚ ਨਹੀਂ ਕਰਦਾ, ਦੂਸਰੇ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਨਹੀਂ ਸਮਝਦਾ, ਪ੍ਰਭੂ ਦੇ ਡਰ ਖੌਫ ਤੋਂ ਨਹੀਂ ਡਰਦਾ, ਸਤ ਸੰਗ ਨੂੰ ਬੁਰਾ ਜਾਣ ਕੇ ਨੀਚਾਂ ਦੀ ਸੰਗਤ ਕਰਦਾ ਹੈ। ਉਸ ਨੂੰ ਕਲਯੁਗ ਦਾ ਪੁੱਤਰ ਨਾ ਕਹੀਏ ਤਾਂ ਹੋਰ ਕੀ ਕਹੀਏ, ਸਿੱਧਾ ਹੀ ਇਹ ਕਲਯੁਗ ਦਾ ਸਰੂਪ ਹੈ। ਬਾਕੀ ਹੱਥ ਹਨ। ਹੱਥਾਂ ਨਾਲ ਸੇਵਾ ਕੀਤੀ। ਸਾਧ ਸੰਗਤ ਨੂੰ ਗਰਮੀ ਦੇ ਮੌਸਮ ਵਿੱਚ ਪੱਖਾ ਝੱਲਿਆ, ਸਾਧ ਸੰਗਤ ਦੇ ਜੋੜਿਆਂ ਦੀ ਸੇਵਾ ਕਰਨੀ, ਜੂਠੇ ਬਰਤਨਾਂ ਦੀ ਸੇਵਾ, ਝਾੜੂ ਦੀ ਸੇਵਾ, ਲੰਗਰ ਤਿਆਰ ਕਰਨ ਦੀ ਸੇਵਾ, ਲੰਗਰ ਵਰਤਾਉਣ ਦੀ ਸੇਵਾ, ਪਾਣੀ ਜਲ ਪਿਲਾਉਣ ਦੀ ਸੇਵਾ, ਬਾਲਣ ਟੁੱਕ ਕੇ ਲੈ ਕੇ ਆਉਣ ਦੀ ਸੇਵਾ,
ਅਤੇ ਹੋਰ ਬੇਅੰਤ ਹੱਥਾਂ ਨਾਲ ਕਰਮ ਕਰਨ ਦੇ ਸ਼ੁਭ ਕਰਮ ਵਿਚਾਰ ਹਨ ਜੋ ਕਰਨ ਦੇ ਯੋਗ ਹਨ। ਬਾਕੀ ਜੇਕਰ ਇਹਨਾਂ ਹੱਥਾਂ ਨਾਲ ਐਸੇ ਸ਼ੁਭ ਕਰਮ ਕੋਈ ਵੀ ਨਾ ਕੀਤੇ ਜਾਣ ਤਾਂ ਇਹ ਹੱਥ ਪੈਰ ਵੀ ਤ੍ਰਿਗ ਹਨ, ਲਾਹਣਤਾਂ ਹਨ। ਇਸ ਪ੍ਰਾਣੀ ਦੀ ਮੋਕਸ਼ ਹੈ, ਕਰਮ ਗਤੀ ਹੈ। ਜੈਸਾ ਜੈਸਾ ਕਰਮ ਕਰੇਗਾ ਤੈਸੀ ਤੈਸੀ ਇਸ ਦੀ ਗਤੀ ਹੋਵੇਗੀ। ਅੱਗੇ ਦੱਸਦੇ ਹਨ ਕਿ 6 ਕਿਸਮ ਦੀ ਗਤੀ ਹੈ ਅਤੇ 6 ਹੀ ਕਿਸਮ ਦੇ ਲੋਕ ਹੋਇਆ ਕਰਦੇ ਹਨ। ਇੱਕ ਪਾਪੀ, ਦੂਸਰੇ ਪੁੰਨੀ ਹੋਇਆ ਕਰਦੇ ਹਨ, ਤੀਸਰੇ ਪ੍ਰਾਣਾਯਾਮੀ, ਚੌਥੇ ਭਗਤ, ਪੰਜਵੇਂ ਬ੍ਰਹਮ ਗਿਆਨੀ, ਛੇਵੇਂ ਕਾਰਕ। ਇਹਨਾਂ ਦੀ ਵੱਖ-ਵੱਖ 6 ਹੀ ਕਿਸਮ ਦੀ ਗਤੀ ਹੈ, ਬਰਾਬਰ ਦੀ ਕਿਸੇ ਦੀ ਵੀ ਨਹੀਂ ਹੈ। ਜੈਸਾ ਜੈਸਾ ਕਰਮ ਕਾਂਡ ਤੈਸਾ ਤੈਸਾ ਅੱਗੇ ਬਣ ਜਾਂਦਾ ਹੈ, ਤੈਸਾ ਤੈਸਾ ਹੀ ਫਲ ਪ੍ਰਾਪਤ ਹੋ ਜਾਂਦਾ ਹੈ। 6 ਪ੍ਰਕਾਰ ਦੀ ਗਤੀ ਜੋ ਦੱਸੀ ਹੈ। ਪਾਪੀਆਂ ਦੀ ਗਤੀ ਜਦ ਉਮਰ ਪੁੱਗ ਜਾਂਦੀ ਹੈ, ਜਮਦੂਤ ਲੈਣ ਵਾਸਤੇ ਆਉਂਦੇ ਹਨ, ਮਾਰਦੇ ਕੁੱਟਦੇ ਹਨ, ਜਮੂਰਾਂ ਦੇ ਨਾਲ ਜਿੰਦ ਨੂੰ ਤੋੜਦੇ ਹਨ। ਬਹੁਤ ਚਿਰ ਛੁਟਕਾਰਾ ਨਹੀਂ ਹੁੰਦਾ ਜਾਂ ਧਰਮਰਾਜ ਦੇ ਪੇਸ਼ ਕਰਦੇ ਹਨ। ਪੁੱਛ ਪੜਤਾਲ ਪਿੱਛੋਂ ਨਰਕਾਂ ਵਿੱਚ ਸੁੱਟਿਆ ਜਾਂਦਾ ਹੈ, 84 ਭੁਗਤ ਹੁੰਦਾ ਹੈ। ਫਿਰ ਇਹ ਜਨਮ ਕਿਸੇ ਕੰਗਾਲ ਗਰੀਬ ਦੇ ਘਰ ਦੇ ਦੇਵਦਾ ਹੈ, ਜਿੱਥੇ ਭੁੱਖ ਨੰਗ ਅਤੇ ਟੁੱਕ ਦੀ ਵੀ ਆਸ ਨਾ ਹੋਵੇ ਕਿ ਕਦ ਮਿਲੇ ਜਾਂ ਨਾ ਵੀ ਮਿਲੇ। ਐਸੇ ਘਰ ਜਨਮ ਦੇ ਦੇਵਦਾ ਹੈ। ਦੂਸਰੀ ਗਤੀ ਹੈ ਪੁੰਨੀਆਂ ਦੀ। ਜਿਹੜੇ ਪੁੰਨੀ ਹਨ ਅੰਤ ਸਮੇਂ ਦੇਵਤੇ ਲੈਣ ਵਾਸਤੇ ਆਉਂਦੇ ਹਨ। ਹਿਸਾਬ ਕਿਤਾਬ ਉਹਨਾਂ ਦਾ ਵੀ ਹੈ। ਜਿੱਥੇ ਜਿਸਮਾਨੀ ਸੁੱਖ ਹਨ, ਜਿੰਨਾ ਜਿੰਨਾ ਕੀਤਾ ਹੁੰਦਾ ਹੈ ਉਸ ਦੇ ਮੁਤਾਬਕ ਉੱਥੇ ਰੱਖਿਆ ਜਾਂਦਾ ਹੈ। ਫਿਰ ਨੀਚੇ ਮਾਤਾ ਲੋਕ ਵਿੱਚ ਕਿਸੇ ਖਾਨਦਾਨੀ ਧਨੀ ਦੇ ਘਰ ਜਨਮ ਦਿੱਤਾ ਜਾਂਦਾ ਹੈ, ਜਿੱਥੇ ਚੰਗੀ ਐਸ਼ ਮੌਜ ਮਾਣ ਸਕੇ। ਤੀਸਰੀ ਗਤੀ ਹੈ ਪ੍ਰਾਣਾਯਾਮੀਆਂ ਦੀ। ਮਨ ਨੂੰ ਰੋਕਣ ਦਾ ਸਾਧਨ ਕਰਦੇ ਹਨ, ਸਵਾਸਾਂ ਦਾ ਸੰਕੋਚ ਕਰਦੇ ਹਨ। ਇਹ ਗਤੀ ਬ੍ਰਹਮ ਲੋਕ ਤੱਕ ਹੈ। ਅੱਗੇ ਚੌਥੀ ਭਗਤਾਂ ਦੀ ਗਤੀ ਹੈ, ਜੋ ਸੱਚਖੰਡ ਬੈਕੁੰਠ ਧਾਮ ਦੀ ਹੈ, ਜੋ ਬੈਕੁੰਠ ਧਾਮ ਨੂੰ ਪ੍ਰਾਪਤ ਹੁੰਦੇ ਹਨ। ਸੱਚਖੰਡ ਬੈਕੁੰਠ ਧਾਮ ਦੇ ਵਾਸੀ ਬਣੇ ਸਨ, ਜਿੱਥੇ ਸੱਚਖੰਡ ਵਸੈ ਨਿਰੰਕਾਰ। ਬਸ ਆਵਣਾ ਜਾਵਣਾ ਮਿਟ ਗਿਆ, ਜੋ ਵਿੱਚ ਲੀਨ ਹੋ ਗਏ। ਅਤੇ ਪੰਜਵੀਂ ਗਤੀ ਬ੍ਰਹਮ ਗਿਆਨੀਆਂ ਦੀ ਹੈ। ਜੋ ਬ੍ਰਹਮ ਗਿਆਨੀ ਹਨ ਉਹਨਾਂ ਦਾ ਆਉਣਾ ਜਾਣਾ ਖਤਮ ਹੈ। ਜੋ ਪਰਿਪੂਰਨ ਪ੍ਰਭੂ ਹੈ ਉਹਦੇ ਅੰਦਰ ਲੈ ਹੋ ਜਾਂਦੇ ਹਨ। ਅੱਗੇ ਛੇਵੀਂ ਗਤੀ ਕਾਰਕਾਂ ਦੀ ਹੈ। ਕਾਰਕ ਉਹ ਹਨ ਜੋ ਰੂਹਾਂ ਬਖਸ਼ੀਆਂ ਜਾਂਦੀਆਂ ਹਨ। ਉਹਨਾਂ ਨੂੰ ਪ੍ਰਭੂ ਜਗਤ ਦੇ ਭਲੇ ਵਾਸਤੇ ਭੇਜਦਾ ਹੈ, ਸੋ ਆਪਣੇ ਵਾਸਤੇ ਨਹੀਂ ਆਉਂਦੇ। ਜਗਤ ਵਿੱਚ ਆਣ ਕੇ ਜਗਤ ਦਾ ਆਧਾਰ ਕਰਦੇ ਹਨ। 9 ਤਰ੍ਹਾਂ ਦੀ ਭਗਤੀ। ਪਹਿਲੀ ਸਰਵਣ ਭਗਤੀ ਹੈ, ਦੂਸਰੀ ਕੀਰਤਨ ਭਗਤੀ ਹੈ, ਤੀਸਰੀ ਸਿਮਰਨ ਭਗਤੀ ਹੈ, ਚੌਥੀ ਨਮਸਕਾਰ ਭਗਤੀ ਹੈ, ਪੰਜਵੀਂ ਅਰਦਾਸ ਭਗਤੀ ਹੈ, ਛੇਵੀਂ ਅਰਚਨ ਭਗਤੀ ਹੈ, ਸੱਤਵੀਂ ਦਾਸਾਂ ਭਗਤੀ ਹੈ, ਅੱਠਵੀਂ ਸਖਾ ਜਾਂ ਸਖੀ ਭਗਤੀ ਹੈ, ਨੌਵੀਂ ਆਤਮ ਨਿਵੇਦਨ ਭਗਤੀ ਹੈ। 2 ਤੋਂ ਚੱਲ ਕੇ ਭਗਤੀ ਵਿੱਚ ਮਿਲ ਜਾਂਦੀ ਹੈ। ਭਗਤ ਭਗਵਾਨ ਵਿੱਚ ਲੈ ਹੋ ਜਾਂਦਾ ਹੈ, ਸਿੱਖ ਗੁਰੂ ਵਿੱਚ ਲੈ ਹੋ ਜਾਂਦਾ ਹੈ, ਬੂੰਦ ਸਮੁੰਦਰ ਵਿੱਚ ਲੈ ਹੋ ਜਾਂਦੀ ਏ, ਆਪਾਂ ਭਾਵ ਖਤਮ ਹੋ ਜਾਂਦਾ ਹੈ। ਸੋ ਜੈਸਾ ਜੈਸਾ ਸਾਡਾ ਕਰਮ ਕਾਂਡ ਵਸੀਲਾ ਹੋਇਆ ਕਰਦਾ ਹੈ, ਉਸੀ ਕਰਮਾਂ ਦੇ ਅਨੁਸਾਰ ਗਤੀ ਹੁੰਦੀ ਹੈ। ਜੈਸੇ ਜੈਸੇ ਕਿਸੇ ਦਾ ਨਿਸ਼ਾਨਾ ਪੱਕਾ ਹੋ ਜਾਂਦਾ ਹੈ, ਉੱਤੇ ਉੱਤੇ ਦੀ ਪ੍ਰਾਪਤੀ ਹੋਇਆ ਕਰਦੀ ਹੈ। ਦੂਸਰਾ ਇਹ ਵੀ ਹੈ, ਅੰਤ ਸਮੇਂ ਜਿੱਥੇ ਜਿੱਥੇ ਇਸ ਦੀ ਭਾਵਨਾ ਬੱਝ ਜਾਂਦੀ ਹੈ, ਉਸੇ ਭਾਵ ਨੂੰ ਪ੍ਰਾਪਤ ਕਰ ਲੈਂਦਾ ਹੈ। ਅੰਤ ਸਮੇਂ ਮਾਇਆ ਵਿੱਚ ਸੂਰਤ ਜੁੜ ਗਈ ਤਾਂ ਇਹ ਮਾਇਆ ਰੂਪੀ
ਸੁੱਖ ਦੀ ਜੂਨ ਪ੍ਰਾਪਤ ਕਰੇਗਾ। ਜੇ ਮੰਦਰਾਂ ਵੱਲ ਸੁਰਤ ਜੁੜ ਗਈ ਤਾਂ ਪ੍ਰੇਤ ਦੀ ਜੂਨ ਮਿਲਦੀ ਦੱਸਦੇ ਹਨ, ਪਰ ਜੇਕਰ ਗੁਰੂ ਪਰਮੇਸ਼ਰ ਵਿੱਚ ਸੁਰਤ ਜੁੜ ਗਈ ਤਾਂ ਗੁਰੂ ਪਰਮੇਸ਼ਰ ਵਿੱਚ ਲੀਨ ਹੋ ਜਾਵੇਗਾ। ਖਿਆਲ ਹੈ ਇਹ ਵਿਚਾਰ ਬਾਬਾ ਜੀ ਦੇ ਸੁਣ ਕੇ ਸਭ ਦੇ ਮਨ ਵਿਕਾਰੀ ਭਾਵਨਾ ਨੂੰ ਤਿਆਗ ਕੇ ਭਗਤੀ ਭਾਵਨਾ ਵਿੱਚ ਆ ਗਏ ਅਤੇ ਅੱਗੇ ਤੋਂ ਸਤਸੰਗੀ ਹੋ ਕੇ ਪ੍ਰਭੂ ਦਾ ਨਾਮ ਸਿਮਰਨ ਕਰਨ ਲੱਗ ਪਏ। ਆਪਣਾ ਜੀਵਨ ਸਫਲਾ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।